ਵੈਲਕਮ ਬੈਕ। ਮੈਂ ਮਨਵੀਰ ਕੌਰ। ਭਗਵੰਤ ਮਾਨ ਜੀ ਰੰਗਲਾ ਪੰਜਾਬ ਬਣਾਉਣ ਦੀਆਂ ਤਿਆਰੀਆਂ ਦੇ ਵਿੱਚ ਜੁਟੇ ਹੋਏ ਆ। ਅਗਰ ਕੱਲ੍ਹ ਨੂੰ ਮਤਲਬ ਕਿ 5 ਸਾਲਾਂ ਬਾਅਦ ਕੋਈ ਜਾਣਾ ਇਹ ਕਿਤਾਬ ਲਿਖੇਗਾ ਕਿ ਭਗਵੰਤ ਮਾਨ ਨੇ ਰੰਗਲਾ ਪੰਜਾਬ ਕਿਵੇਂ ਬਣਾਇਆ, ਤਾਂ ਉਹਦਾ ਜਿਹੜਾ ਸਭ ਤੋਂ ਪਹਿਲਾ ਚੈਪਟਰ ਉਹ ਸ਼ੁਰੂਆਤ ਹੋਏਗੀ ਜਦੋਂ ਉਹ ਚੀਫ ਮਿਨਿਸਟਰ ਦੀ ਸਹੁੰ ਚੁੱਕਦੇ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਉਸ ਕ੍ਰਾਂਤੀਕਾਰੀ ਔਰ ਪਵਿੱਤਰ ਸਥਾਨ ਤੋਂ। ਜਦੋਂ ਇਹ ਰੰਗਲੇ ਪੰਜਾਬ ਦੀ ਕਿਤਾਬ ਲਿਖੀ ਜਾਊਗੀ ਔਰ ਇਹਦੇ ਵਿੱਚ ਲਿਖਿਆ ਜਾਏਗਾ ਕਿ ਔਰਤਾਂ ਦੀ ਸਥਿਤੀ ਰੰਗਲੇ ਪੰਜਾਬ 'ਚ ਕੀ ਸੀ। ਪਹਿਲਾ ਜਿਹੜਾ ਚੈਪਟਰ ਹੋਏਗਾ ਉਹਦੇ ਵਿੱਚ ਇਹ ਆਏਗਾ ਕਿ ਪਹਿਲੇ ਮਹੀਨੇ ਦੇ ਵਿੱਚ ਔਰਤਾਂ ਨੇ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦੇਣਾ ਸ਼ੁਰੂ ਕਰਤਾ ਸੀ। ਕਿਉਂ ਸ਼ੁਰੂ ਕੀਤਾ ਸੀ? ਕਿਉਂਕਿ ਰੰਗਲੇ ਪੰਜਾਬ ਦੇ ਵਿੱਚ ਉਹਨਾਂ ਨੂੰ ਬਰਾਬਰ ਤਨਖਾਹਾਂ ਨਹੀਂ ਸੀ ਮਿਲਦੀਆਂ। ਬਰਾਬਰ ਤਾਂ ਦੂਰ ਦੀ ਗੱਲ ਹੈ, ਨਿਊਨਤਮ ਤਨਖਾਹ ਵੀ ਨਹੀਂ ਸੀ ਮਿਲਦੀ। ਸਿਰਫ ਔਰ ਸਿਰਫ 6000 ਰੁਪਇਆ ਪਰ ਮਹੀਨਾ ਤੇ ਕੰਮ ਕਰ ਰਹੀ ਸੀ ਪੰਜਾਬ 'ਚ ਮਹਿਲਾ ਅਧਿਆਪਕ, ਔਰ ਉਹਨੇ ਆਪਣਾ ਰੈਜ਼ਿਗਨੇਸ਼ਨ ਦੇ ਦਿੱਤਾ। ਇੱਥੋਂ ਸ਼ੁਰੂ ਹੋਏਗਾ ਰੰਗਲੇ ਪੰਜਾਬ ਦਾ ਪਹਿਲਾ ਅਧਿਆਇ ਔਰਤਾਂ ਨਾਲ ਲੈ ਕੇ, ਕਿ ਔਰਤਾਂ ਲਈ ਕਿੱਦਾਂ ਸੀ ਰੰਗਲਾ ਪੰਜਾਬ। ਅੱਗੇ ਵਾਲੇ ਚੈਪਟਰਾਂ ਦੇ ਵਿੱਚ ਕੀ ਹੋਏਗਾ ਤਾਂ ਭਗਵੰਤ ਮਾਨ ਜੀ ਨੇ ਡਿਸਾਈਡ ਕਰਨਾ। ਪਰ ਅਗਰ ਇਹ ਅਸਤੀਫੇ ਦੇਣੇ ਸਰਕਾਰ ਤੋਂ ਤੰਗ ਆ ਕੇ ਵਾਧਾ ਗਿਆ ਤਾਂ ਅੱਗੇ ਵਾਲੇ ਚੈਪਟਰ ਆਪਾਂ ਐਂਟੀਸੀਪੇਟ ਕਰ ਸਕਦੇ ਹਾਂ, ਅਨੁਮਾਨ ਲਗਾ ਸਕਦੇ ਕਿੱਦਾਂ ਦੇ ਹੋਣਗੇ। ਮਹਿਲਾ ਅਧਿਆਪਕ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਉਹਨੇ ਗੱਲ ਜੋ ਲਿਖੀ ਹੈ ਅਸਤੀਫੇ ਦੇ ਵਿੱਚ, ਉਹ ਚੀਜ਼ ਥੋੜ੍ਹੀ ਜਿਹੀ ਭਾਵੁਕ ਵੀ ਕਰਦੀ ਹੈ। ਭਾਵੁਕ ਕਿਉਂ ਕਰਦੀ ਹੈ? ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਹਾਂ ਕਿ ਔਰਤਾਂ ਦਾ ਸਸ਼ਕਤੀਕਰਨ ਹੋਣਾ ਚਾਹੀਦਾ, ਔਰਤਾਂ ਖੁੱਲ੍ਹ ਕੇ ਆਪਣੇ ਸਮਾਜ ਦੇ ਵਿੱਚ ਵਰਕਫੋਰਸ ਦਾ ਹਿੱਸਾ ਬਣਨ। ਵਰਕਫੋਰਸ ਮਤਲਬ ਲੇਬਰ ਫੋਰਸ ਦਾ ਹਿੱਸਾ ਬਣਨ ਔਰ ਆਪਣੇ ਦੇਸ਼ ਦੀ, ਆਪਣੇ ਸੂਬੇ ਦੀ ਇਕੋਨੋਮੀ ਨੂੰ ਬੂਸਟ ਕਰਨ। ਆਪਾਂ ਜਾਣਦੇ ਹਾਂ ਪੰਜਾਬ ਦੇ ਵਿੱਚ ਔਰਤਾਂ ਦਾ ਬਹੁਤ ਘੱਟ ਨੰਬਰ ਹੈ ਵਰਕਫੋਰਸ ਦੇ ਵਿੱਚ, ਸਿਰਫ 13% ਹੀ ਇਹ ਡਾਟਾ ਅਵੇਲੇਬਲ ਆ 2011 ਦੇ ਸੈਂਸਸ ਦੇ ਮੁਤਾਬਿਕ, ਔਰ ਮਰਦਾਂ ਦਾ ਨੰਬਰ ਬਹੁਤ ਜ਼ਿਆਦਾ ਹੈ। ਸੋ ਇੱਕ ਤਾਂ ਪਾੜਾ ਬਹੁਤ ਵੱਡਾ, ਦੂਸਰਾ ਔਰਤਾਂ ਦਾ ਨੰਬਰ ਹੀ ਬਹੁਤ ਘੱਟ ਹੈ ਵਰਕਫੋਰਸ ਦੇ ਵਿੱਚ। ਇਸ ਕਿਰਤ ਦੀ ਮੰਡੀ ਦੇ ਵਿੱਚ ਔਰਤਾਂ ਨੂੰ ਬਰਾਬਰ ਤਨਖਾਹ ਤਾਂ ਬਹੁਤ ਦੂਰ ਦੀ ਗੱਲ ਆ, ਉਹਨਾਂ ਨੂੰ ਮਿਨੀਮਮ ਵੇਜਸ ਵੀ ਨਹੀਂ ਮਿਲਦੇ। ਹੁਣ ਇਹ ਮਹਿਲਾ ਅਧਿਆਪਕ ਸਿਰਫ 6000 ਰੁਪਇਆ ਮਹੀਨੇ ਤੇ ਕੰਮ ਕਰ ਰਹੀ ਸੀ ਔਰ ਅਲਟੀਮੇਟਲੀ 2014 ਤੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਔਰ 2022 ਦੇ ਵਿੱਚ ਆ ਕੇ ਅਲਟੀਮੇਟਲੀ ਉਹਨਾਂ ਨੇ ਅਸਤੀਫਾ ਦੇ ਦਿੱਤਾ। ਔਰ ਅਸਤੀਫੇ 'ਚ ਜੋ ਲਿਖਿਆ ਤੁਸੀਂ ਦੇਖ ਸਕਦੇ ਹੋ, ਸਰੀਰਕ ਪਰੇਸ਼ਾਨੀਆਂ ਵੱਧ ਗਈਆਂ ਔਰ ਇਸ ਤਨਖਾਹ ਦੇ ਵਿੱਚ ਤਾਂ ਮੈਂ ਆਪਣੀ ਦਵਾਈ ਵੀ ਅਫੋਰਡ ਨਹੀਂ ਕਰ ਸਕਦੀ, ਇਹ ਕਹਿ ਰਹੇ ਨੇ ਅਧਿਆਪਕ। ਇਹ ਸੱਚਾਈ ਆ ਸਾਡੀ। ਇੰਨੀ ਘੱਟ ਸਰਕਾਰ ਵੱਲੋਂ ਤਨਖਾਹ ਦਿੱਤੀ ਜਾਂਦੀ ਸੀ, ਕੋਈ ਚਾਰਾ ਨਹੀਂ ਸੀ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਹੋ ਸਕਦਾ ਸੀ। ਦਿਸ ਇਜ਼ ਦਾ ਟਰੂਥ। ਇਹ ਪੰਜਾਬ ਦਾ, ਇਹ ਪੰਜਾਬ ਦੀ ਸੱਚਾਈ ਹੈ। ਵੈਸੇ ਤਾਂ ਇੱਥੇ ਸਿਰਫ ਇਹਨਾਂ ਨੂੰ ਅਧਿਆਪਕ ਹੀ ਕਹਿਣਾ ਚਾਹੀਦਾ ਹੈ, ਨਾਲ ਮਹਿਲਾ ਅਧਿਆਪਕ ਵੀ ਨਹੀਂ ਲਾਉਣਾ ਚਾਹੀਦਾ। ਪਰ ਮਹਿਲਾ ਅਧਿਆਪਕ ਕਿਉਂ ਲਾਉਣਾ ਪੈ ਰਿਹਾ ਹੈ? ਕਿਉਂਕਿ ਮੈਂ ਦੱਸ ਚੁੱਕੀ ਹਾਂ ਔਰਤਾਂ ਦੀ ਗਿਣਤੀ ਜਿਹੜੀ ਆ ਬਹੁਤ ਘੱਟ ਆ ਵਰਕਫੋਰਸ ਦੇ ਵਿੱਚ। ਔਰਤਾਂ ਨੂੰ ਸਿਰਫ ਔਰ ਸਿਰਫ ਘਰਾਂ 'ਚ ਹੀ ਸੀਮਿਤ ਕਰ ਦਿੱਤਾ ਗਿਆ ਹੈ, ਜਾਂ ਇਸ ਜਗ੍ਹਾ 'ਤੇ ਰੱਖ ਲਿਆ ਗਿਆ ਹੈ ਜਵਾਨ ਕੁੜੀਆਂ ਨੂੰ ਕਿ ਸਿਰਫ ਤੁਸੀਂ ਕੈਨੇਡਾ ਅਮਰੀਕਾ ਦਾ ਮੁੰਡਾ ਦੇਖੋ ਔਰ ਵਿਆਹ ਕਰਾ ਕੇ ਚਲੀਆਂ ਜਾਓ, ਤਾਂ ਕਿ ਸਾਡਾ ਪਰਿਵਾਰ ਵੀ ਪਿੱਛੇ ਸਾਰਾ ਸੈਟਲ ਹੋ ਜਾਊਗਾ। ਪੰਜਾਬ ਦੇ ਵਿੱਚ ਔਰਤਾਂ ਲਈ ਓਪਰਚੁਨਿਟੀਜ਼ ਨਹੀਂ ਆ, ਔਰ ਔਰਤਾਂ ਲਈ ਅਗਰ ਸਭ ਤੋਂ ਇੱਕ ਕੰਫਰਟੇਬਲ ਆ ਜਿੱਥੇ ਘਰਦਿਆਂ ਨੂੰ ਵੀ ਖੁਸ਼ੀ ਹੁੰਦੀ ਆ, ਉਹ ਇਹੀ ਹੁੰਦੀ ਆ ਕਿ ਸਾਡੀ ਕੁੜੀ ਟੀਚਰ ਲੱਗੀ ਹੈ। ਸੋ ਇੱਕ ਟੀਚਿੰਗ ਪ੍ਰੋਫੈਸ਼ਨ ਜਿਹੜਾ ਬੜਾ ਵਧੀਆ ਪ੍ਰੋਫੈਸ਼ਨ ਔਰਤਾਂ ਦੇ ਲਈ ਖਾਸ ਤੌਰ 'ਤੇ ਮੰਨਿਆ ਜਾਂਦਾ ਹੈ। ਸੋ ਉਹਦੇ ਵਿੱਚ ਵੀ ਔਰਤ ਨੂੰ, ਮਹਿਲਾ ਅਧਿਆਪਕ ਨੂੰ ਅਸਤੀਫਾ ਦੇਣਾ ਪਿਆ। ਪੰਜਾਬ ਦੇ ਵਿੱਚ ਅਧਿਆਪਕਾਂ ਦੇ ਵੀ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਵਰਗ ਸਰਕਾਰ ਵੱਲੋਂ ਬਣਾਏ ਗਏ ਆ। ਅਧਿਆਪਕਾਂ ਦੇ ਅਗਰ ਤੁਸੀਂ ਅਲੱਗ-ਅਲੱਗ ਕੈਡਰਸ ਨੂੰ ਸਮਝਣਾ ਹੋਵੇ ਤਾਂ ਬਹੁਤ ਮੁਸ਼ਕਿਲ ਹੈ। ਹੁਣ ਜਿਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਉਹ ਔਰਤ ਹੈ, ਉਹ ਮਹਿਲਾ ਹੈ, ਇੱਕ ਕੱਚੇ ਅਧਿਆਪਕ ਪੰਜਾਬ ਦੀ, ਜਿਹੜੀ 2014 ਤੋਂ ਨੌਕਰੀ ਕਰਦੀ ਆ ਰਹੀ ਸੀ ਸਿਰਫ 6000 ਰੁਪਇਆ ਮਹੀਨਾ ਤੇ। 6000 ਰੁਪਇਆ ਮਹੀਨਾ ਇੰਪੋਸੀਬਲ ਹੈ ਆਪਣਾ ਘਰ ਚਲਾਉਣਾ ਇਹਦੇ ਵਿੱਚ। ਜਦੋਂ ਅੱਜ ਦੇ ਸਮੇਂ ਦੇ ਵਿੱਚ ਪਰਟੀਕੂਲਰਲੀ ਪੈਟਰੋਲ ਮਹਿੰਗਾ ਹੋ ਚੁੱਕਾ ਹੈ, ਰਸੋਈ ਗੈਸ ਮਹਿੰਗੀ ਹੋ ਚੁੱਕੀ ਹੈ, ਬਿਜਲੀ ਦੇ ਖਰਚੇ ਬਹੁਤ ਮਹਿੰਗੇ ਨੇ ਪੰਜਾਬ ਦੇ ਵਿੱਚ, ਖਾਣਾ ਕੁਕਿੰਗ ਆਇਲ ਮਹਿੰਗਾ ਹੋ ਚੁੱਕਾ, ਖਾਣ ਦੀਆਂ ਹੋਰ ਵਸਤੂਆਂ ਮਹਿੰਗੀਆਂ ਹੋ ਚੁੱਕੀਆਂ ਨੇ। ਇਸ ਤੋਂ ਇਲਾਵਾ ਬੱਚਿਆਂ ਦੀ ਫੀਸ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਖਰਚੇ ਆ ਉਹ ਵਧੇ ਨੇ ਬਹੁਤ ਜ਼ਿਆਦਾ ਪਿਛਲੇ ਸਾਲਾਂ ਨਾਲੋਂ। ਪਲੱਸ ਕੋਵਿਡ ਨੇ ਵੀ ਲੋਕਾਂ ਨੂੰ ਅਫੈਕਟ ਕੀਤਾ ਹੈ। ਕੋਵਿਡ ਦੇ ਦੌਰਾਨ ਤਾਂ ਇਹ ਹਾਲਾਤ ਹੋਏ ਕਿ ਭਾਰਤ ਦੇ ਵਿੱਚ 47% ਔਰਤਾਂ ਦੀ ਜੌਬ ਗਈ ਔਰ 7% ਬੰਦਿਆਂ ਦੀ ਜੌਬ ਗਈ। ਇਹ ਟੀਚਰ ਸੀ ਕੱਚੇ ਅਧਿਆਪਕ ਯੂਨੀਅਨ ਦੀ। ਕੱਚੇ ਅਧਿਆਪਕ ਯੂਨੀਅਨ ਦੀ ਇਹ ਸਾਰੀ ਸਟੋਰੀ ਨੂੰ ਮੈਂ 2 ਮਿੰਟਾਂ ਦੇ ਵਿੱਚ ਤੁਹਾਡੇ ਅੱਗੇ ਓਵਰਵਿਊ ਰੱਖਣਾ ਚਾਹੂੰਗੀ। ਖੈਰ, ਜੋ ਕੱਚੇ ਅਧਿਆਪਕਾਂ ਦਾ ਸੰਤਾਪ ਸੀ ਉਹ ਤਾਂ ਬਹੁਤ ਵੱਡਾ ਸੀ। ਉਹਨਾਂ ਨੇ ਬਹੁਤ ਸਾਲਾਂ ਤੋਂ ਹੰਢਾਇਆ, ਅੱਜ ਵੀ ਹੰਢਾ ਰਹੇ ਆ। ਜਦੋਂ ਉਹਨਾਂ ਨੇ ਆਪਣੀ ਸੱਤਾ ਲਿਆਂਦੀ, ਆਮ ਆਦਮੀ ਪਾਰਟੀ ਦੀ ਸੱਤਾ ਉਹਨਾਂ ਨੇ ਲਿਆਂਦੀ ਹੈ। ਉਹਨਾਂ ਨੇ ਕਿਵੇਂ ਲਿਆਂਦੀ ਇਹਦੀ ਗੱਲ ਮੈਂ ਬਾਅਦ 'ਚ ਕਰਾਂਗੀ। ਕੱਚੇ ਅਧਿਆਪਕ ਯੂਨੀਅਨ 2014 ਤੋਂ ਹੀ ਸੰਘਰਸ਼ ਦੇ ਵਿੱਚ ਆ ਲਗਾਤਾਰ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਵੀ ਉਹਨਾਂ ਨੇ ਸੰਘਰਸ਼ ਕੀਤਾ,
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ ਚਰਨਜੀਤ ਸਿੰਘ ਚੰਨੀ ਐਂਡ ਹੁਣ ਭਗਵੰਤ ਮਾਨ ਸਰਕਾਰ ਦੇ ਵਿੱਚ ਵੀ ਉਹ ਅਸਤੀਫੇ ਦੇਣ ਨੂੰ ਮਜਬੂਰ ਹੋ ਗਏ। ਉਹਨਾਂ ਦੀ ਉਮੀਦਾਂ ਟੁੱਟ ਰਹੀਆਂ ਨੇ। ਇਹਨਾਂ ਹੀ ਕੱਚੇ ਅਧਿਆਪਕਾਂ ਨੇ ਪਿਛਲੇ ਸਾਲ ਜੂਨ ਜੁਲਾਈ ਤੋਂ ਸ਼ੁਰੂ ਕਰਤੇ ਸੀ ਆਪਣੇ ਧਰਨੇ ਜਿਹੜੇ ਸੀ ਪੰਜਾਬ ਸਕੂਲ ਦੇ ਸਿੱਖਿਆ ਬੋਰਡ ਦੇ ਬਾਹਰ। ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਕੁਝ ਮਹੀਨਿਆਂ ਦੇ ਵਿੱਚ ਆ ਗਏ। ਇਸੇ ਦੌਰਾਨ ਜਦੋਂ ਇਲੈਕਸ਼ਨਾਂ ਸ਼ੁਰੂ ਹੋ ਗਈਆਂ ਤਾਂ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਖੁਦ ਇਹਨਾਂ ਦੇ ਧਰਨੇ ਦੇ ਵਿੱਚ ਗਏ, ਜਿੱਥੇ ਸਿੱਖਿਆ ਬੋਰਡ ਦੀ 8ਵੀਂ 9ਵੀਂ ਮੰਜ਼ਿਲ ਤੇ 85 ਦਿਨਾਂ ਦੇ ਲਈ ਇਹਨਾਂ ਦੇ 3 ਵਰਕਰ, 3 ਜਿਹੜੇ ਕੱਚੇ ਟੀਚਰ ਆ ਉਹ ਬੈਠੇ ਰਹੇ ਆ ਤਿੱਖੜ ਧੁੱਪ ਦੇ ਵਿੱਚ, ਬਾਰਿਸ਼ਾਂ ਦੇ ਵਿੱਚ, ਜੋ ਵੀ ਵੈਦਰ ਆ ਸੀਗਾ, ਜੋ ਵੀ ਮੌਸਮ ਦੀ ਉਹਨਾਂ ਦੇ ਉੱਤੇ ਜਿੱਦਾਂ ਦਾ ਵੀ ਹਿੰਸਾ ਮੌਸਮ ਨੇ ਕੀਤੀ, ਉਹਨਾਂ ਨੇ ਹੰਡਾਈ ਉੱਥੇ ਬਹਿ ਕੇ। ਸੋ ਅਰਵਿੰਦ ਕੇਜਰੀਵਾਲ ਜੀ ਜਾਂਦੇ ਆ, ਭਗਵੰਤ ਮਾਨ ਜੀ ਜਾਂਦੇ, ਉਹਨਾਂ ਨੂੰ ਵਾਅਦਾ ਕਰਦੇ ਨੇ ਕਿ ਜਿਵੇਂ ਦਿੱਲੀ ਦੇ ਵਿੱਚ ਅਸੀਂ ਟੀਚਰਸ ਨੂੰ ਪੱਕੇ ਕੀਤਾ ਸੀ ਉਵੇਂ ਤੁਹਾਨੂੰ ਵੀ ਕਰਾਂਗੇ। ਉਸ ਤੋਂ ਬਾਅਦ ਭਗਵੰਤ ਮਾਨ ਜੀ ਦੀ ਵਾਲ ਦੇ ਉੱਤੇ ਇੱਕ ਤੁਸੀਂ ਵੀਡੀਓ ਦੇਖ ਸਕਦੇ ਹੋ 27 ਜਨਵਰੀ ਦੀ। ਉੱਥੇ ਉਹਨਾਂ ਦੇ ਨਾਲ ਭਗਵੰਤ ਮਾਨ ਜੀ ਵਾਅਦਾ ਕਰਦੇ ਨੇ, ਆਪ ਕਹਿੰਦੇ ਨੇ ਕਿ ਮੈਂ ਸਮਝ ਸਕਦਾ ਤੁਹਾਡੀ ਕਿੰਨੀ ਮਾਨਸਿਕਤਾ ਦਾ ਪ੍ਰੈਸ਼ਰ ਆ, ਤੁਹਾਡੇ ਤੇ ਮਾਨਸਿਕ ਪ੍ਰੈਸ਼ਰ ਔਰ ਤੁਹਾਡਾ ਸ਼ੋਸ਼ਣ ਹੋ ਰਿਹਾ ਔਰ ਤੁਸੀਂ ਐਲੀਜੀਬਲ ਆ, ਤੁਹਾਨੂੰ 10 ਮਾਰਚ ਤੋਂ ਬਾਅਦ ਕਦੀ ਕੋਈ ਸ਼ਿਕਾਇਤ ਨਹੀਂ ਆਏਗੀ। ਉਹ ਦੂਜੇ ਸਾਰੇ ਕੰਮ ਸਾਤੋਂ ਲਏ ਜਾਂਦੇ ਨੇ, ਤਨਖਾਹ ਹੈ ਸਿਰਫ 6000। ਤੁਹਾਡੀ ਸਮੱਸਿਆ ਨੂੰ ਅਸੀਂ ਬਹੁਤ ਬਰੀਕੀ ਨਾਲ ਦੇਖਿਆ ਹੋਇਆ। ਮੈਂ ਖੁਦ ਇੱਕ ਟੀਚਰ ਦਾ ਬੇਟਾ। 6000 ਰੁਪਏ 'ਚ ਕੰਮ ਕਰਨਾ ਤਾਂ ਇੱਕ ਮਤਲਬ ਮੈਂਟਲੀ ਤੌਰ ਤੇ ਟੌਰਚਰ ਵਾਲੀ ਗੱਲ ਹੈ ਕਿ ਉਹ ਡਿਗਰੀਆਂ ਨੇ ਜਿਹੜੀਆਂ ਆਈਐਸ ਲੈਵਲ ਦਾ ਐਗਜ਼ਾਮ ਹੁੰਦਾ ਹੈ, ਟੈਟ ਦਾ, ਬੀਐਡ ਦਾ, ਤੇ ਆਈਐਸ ਪੱਧਰ ਦਾ ਐਗਜ਼ਾਮ ਪਾਸ ਕਰਕੇ 2-2 ਵਾਰ ਕਰ ਚੁੱਕੇ ਨੇ। ਸੋ ਇਹ ਤਾਂ ਮੈਂਟਲੀ ਟੌਰਚਰ ਹੈ। ਬਿਲਕੁਲ ਸੇਮ ਸਿਚੁਏਸ਼ਨ ਦਿੱਲੀ 'ਚ ਸੀ। ਗੈਸਟ ਫੈਕਲਟੀ ਟੀਚਰ ਜਿਹੜੇ ਸੀ ਉਹਨਾਂ ਦੀ ਤਨਖਾਹ ਇੰਨੀ ਕੀ ਸੀ। ਸ਼ੀਲਾ ਦੀਕਸ਼ਤ ਗਵਰਨਮੈਂਟ, ਸਾਡੀ ਸਰਕਾਰ ਆਈ, ਅੱਜ ਉਹ 36000 ਰੁਪਏ ਲੈ ਰਹੀ ਹੈ। ਪਲੱਸ ਇੱਕ ਕਾਨੂੰਨ ਬਣਾ ਦਿੱਤਾ ਗਿਆ 1900 ਦੀ ਜੀ ਕਿ ਟੀਚਰਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲੈਣਾ। ਜੇ ਵੋਟਾਂ ਪਾਉਣੀਆਂ ਨੇ ਅਸੀਂ ਬਾਹਰੋਂ ਯੂਥ ਹਾਇਰ ਕਰਦੇ ਹਾਂ, ਬੀਐਲਓ ਬਣਾਉਣੇ ਨੇ ਤਾਂ ਹਾਇਰ ਕਰਦੇ ਹਾਂ ਬਾਹਰੋਂ। ਟੀਚਰ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਸਕੂਲ ਛੱਡ ਕੇ ਕਿਤੇ ਹੋਰ ਡਿਊਟੀਆਂ ਕਰਦਾ ਫਿਰੇ। ਸਾਡੇ ਇੱਥੇ ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਕਰੋਗੇ। ਹਾਰ ਐਲੀਜੀਬਿਲਟੀ ਪੱਖੋਂ ਤੁਸੀਂ ਬਹੁਤ ਕਮਾ ਲਓ, ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ ਵੀ ਮਤਲਬ ਤੁਸੀਂ ਪੜ੍ਹਾ ਨਹੀਂ ਸਕਦੇ, ਪਰ ਮੌਕਾ ਤਾਂ ਮਿਲੇ ਨਾ। ਮਾਰਚ 10 ਤੋਂ ਬਾਅਦ ਤੁਸੀਂ ਤੁਹਾਡੀ ਸ਼ਿਕਾਇਤ ਨਹੀਂ ਹੋਣੀ। ਜਿਹੜੀਆਂ ਸਾਡੀਆਂ ਮੰਗਾਂ ਨੇ ਕਿਰਪਾ ਕਰਕੇ ਇਹਨੂੰ ਮੈਨੀਫੈਸਟੋ ਚ ਪਾਵਾਂਗੇ। ਐਜੂਕੇਸ਼ਨ ਸਾਡਾ ਪ੍ਰਾਇੋਰਟੀ ਹੈ ਔਰ ਤੁਸੀਂ ਐਜੂਕੇਸ਼ਨ ਠੀਕ ਕਰ ਰਹੇ ਹੋ। ਭਗਵੰਤ ਮਾਨ ਨੂੰ ਮਿਲਣ ਤੋਂ ਬਾਅਦ ਇਹਨਾਂ ਕੱਚੇ ਅਧਿਆਪਕਾਂ ਨੂੰ, ਜਿਨ੍ਹਾਂ ਦਾ ਸੰਘਰਸ਼ 2014 ਤੋਂ ਚੱਲਦਾ ਆ ਰਿਹਾ, ਉਹਨਾਂ ਨੂੰ ਉਮੀਦ ਬਣ ਗਈ ਸੀ ਔਰ ਉਮੀਦ ਬਣਨ ਤੋਂ ਬਾਅਦ ਉਹਨਾਂ ਨੇ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ। ਇਹਨਾਂ ਕੱਚੇ ਅਧਿਆਪਕਾਂ ਨੇ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇ। ਇਹਨਾਂ ਕੱਚੇ ਅਧਿਆਪਕਾਂ ਨੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਵਰਕਰ ਸਮਝਦੇ ਹੋਏ ਭਦੌੜ ਦੇ ਵਿੱਚ, ਜਿੱਥੇ ਉਹ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਉਸ ਸਮੇਂ ਦੇ ਚਰਨਜੀਤ ਸਿੰਘ ਚੰਨੀ ਇਲੈਕਸ਼ਨ ਲੜ ਰਹੇ ਸੀ ਲਾਭ ਸਿੰਘ ਅਗੋਕੇ ਦੇ ਖਿਲਾਫ। ਇੱਕ ਪਾਸੇ ਮੌਜੂਦਾ ਮੁੱਖ ਮੰਤਰੀ ਸੀ ਪੰਜਾਬ ਦੇ ਉਸ ਸਮੇਂ ਦੇ ਔਰ ਦੂਜੇ ਪਾਸੇ ਇੱਕ ਮੋਬਾਈਲ ਰਿਪੇਅਰ ਚਲਾਉਣ ਵਾਲੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲਾਭ ਸਿੰਘ ਅਗੋਕੇ ਨੂੰ ਜਿਤਾਇਆ। ਇਹਨਾਂ ਕੱਚੇ ਅਧਿਆਪਕਾਂ ਨੇ ਉੱਥੇ ਜਾ ਕੇ ਪ੍ਰਚਾਰ ਕੀਤਾ। ਲਾਭ ਸਿੰਘ ਅਗੋਕੇ ਨੂੰ ਸਭ ਤੋਂ ਵੱਧ ਇੱਕ ਤਰ੍ਹਾਂ ਦਾ ਪ੍ਰਮੋਟ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ। ਲਾਭ ਸਿੰਘ ਅਗੋਕੇ ਬਹੁਤ ਵਧੀਆ ਲੀਡਰ ਹੋ ਸਕਦੇ ਨੇ, ਮੇਰੀ ਤਾਂ ਉਹਨਾਂ ਨਾਲ ਕਦੀ ਮੁਲਾਕਾਤ ਨਹੀਂ ਹੋਈ, ਪਰ ਉਹਨਾਂ ਨੂੰ ਜਿਤਾਉਣ ਦੇ ਲਈ ਇਹਨਾਂ ਅਧਿਆਪਕਾਂ ਨੇ ਯੋਗਦਾਨ ਪਾਇਆ। ਭਦੌੜ ਦੇ ਵਿੱਚ ਜਿੱਥੇ ਇੱਕ ਚਰਨਜੀਤ ਸਿੰਘ ਚੰਨੀ ਦਾ ਸਟੇਜ ਲੱਗਾ ਹੋਇਆ ਸੀ, ਉੱਥੇ ਦੂਸਰੇ ਪਾਸੇ ਇਹਨਾਂ ਟੀਚਰਸ ਨੇ ਆਪਣਾ ਇੱਕ ਸਟੇਜ ਲਗਾਇਆ, ਜਿੱਥੇ ਉਹਨਾਂ ਨੇ ਭੰਡੀ ਪ੍ਰਚਾਰ ਕੀਤਾ ਕਾਂਗਰਸ ਸਰਕਾਰ ਦਾ। ਅਲਟੀਮੇਟਲੀ ਚਰਨਜੀਤ ਸਿੰਘ ਚੰਨੀ ਦੋਨਾਂ ਸੀਟਾਂ ਤੋਂ ਹਾਰੇ ਔਰ ਦੋਨਾਂ ਜਗ੍ਹਾ ਤੇ ਇਹਨਾਂ ਕੱਚੇ ਅਧਿਆਪਕਾਂ ਨੇ, ਜਿਨ੍ਹਾਂ ਦਾ ਨੰਬਰ 13,000 ਤੋਂ ਉੱਪਰ ਹੈ, ਉਹਨਾਂ ਨੇ ਭੰਡੀ ਪ੍ਰਚਾਰ ਕੀਤਾ ਕਾਂਗਰਸ ਦਾ। ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਲਈ ਯੋਗਦਾਨ ਪਾਇਆ। ਕਿਉਂ ਪਾਇਆ? ਕਿਉਂਕਿ ਇਹਨਾਂ ਟੀਚਰਸ ਨੂੰ ਉਮੀਦ ਹੋ ਗਈ ਸੀ ਕਿ ਭਗਵੰਤ ਮਾਨ ਸਰਕਾਰ ਆਊਗੀ ਤਾਂ ਇਹ ਸਾਨੂੰ ਪੱਕੇ ਕਰਨਗੇ, ਨਵੇਂ ਆ, ਅਸੀਂ ਇਹਨਾਂ ਨੂੰ ਲੈ ਕੇ ਆਉਣਾ, ਅਸੀਂ ਬਦਲਾਵ ਲੈ ਕੇ ਆਉਣਾ। ਪਰ ਅੱਜ ਭਗਵੰਤ ਸਿੰਘ ਮਾਨ ਸਰਕਾਰ ਨੂੰ 1 ਮਹੀਨਾ ਹੋ ਗਿਆ ਔਰ ਆਪਣੀਆਂ ਜਿਹੜੀਆਂ ਮਹਿਲਾ ਟੀਚਰ ਨੇ, ਇਹੀ ਕੱਚੇ ਅਧਿਆਪਕ ਜਿਨ੍ਹਾਂ ਨੇ ਜਿਤਾਇਆ ਭਗਵੰਤ ਮਾਨ ਜੀ ਨੂੰ, ਉਹ ਅਸਤੀਫਾ ਦੇ ਰਹੇ ਨੇ ਇਹ ਲਿਖ ਕੇ ਕਿ ਇਸ ਤਨਖਾਹ 'ਚ ਗੁਜ਼ਾਰਾ ਮੇਰਾ ਮੁਮਕਿਨ ਨਹੀਂ ਆ। ਹੋ ਸਕਦਾ ਉਹਨਾਂ ਦੇ ਹੋਰ ਵੀ ਕੋਈ ਕਾਰਨ ਹੋ ਸਕਦੇ ਆ, ਪਰ ਜੋ ਉਹਨਾਂ ਅਸਤੀਫੇ ਦੇ ਵਿੱਚ ਲਿਖਿਆ, ਇਹ ਚੀਜ਼ ਥੋੜ੍ਹਾ ਜਿਹਾ ਭਾਵੁਕ ਕਰਦੀ ਹੈ ਕਿ ਇੱਕ ਪਾਸੇ ਤਾਂ ਅਸੀਂ ਆਪਣੀਆਂ ਔਰਤਾਂ ਨੂੰ ਬਹੁਤ ਅੱਗੇ ਲੈ ਕੇ ਜਾਣ ਦੀ ਸੋਚ ਰੱਖਦੇ ਹਾਂ ਔਰ ਦੂਸਰੇ ਪਾਸੇ ਸਾਡੀਆਂ ਔਰਤਾਂ ਮਜਬੂਰੀ ਦੇ ਨਾਲ ਪਹਿਲਾਂ 2014 ਤੋਂ 2022 ਤੱਕ ਇੰਤਜ਼ਾਰ ਕਰਦੀ ਰਹੀ ਉਹ ਮਹਿਲਾ ਕਿ ਮੇਰੀ ਤਨਖਾਹ ਵੱਧ ਜਾਏਗੀ, ਕੋਈ ਗੱਲ ਨਹੀਂ, ਮੈਂ ਆਪਣੇ ਪਰਿਵਾਰ ਨੂੰ ਵਧੀਆ ਪਾਲ ਸਕਾਂਗੀ। ਪਰ ਜਦੋਂ ਉਮੀਦ ਟੁੱਟ ਗਈ ਐਂਡ ਅਲਟੀਮੇਟਲੀ ਸ਼ੀ ਰਿਜ਼ਾਈਨਡ। ਭਗਵੰਤ ਮਾਨ ਸਰਕਾਰ ਦਾ ਟੀਚਾ ਹੋਣਾ ਚਾਹੀਦਾ ਕਿ ਔਰਤਾਂ ਦੀ ਪਾਰਟਿਸਿਪੇਸ਼ਨ ਲੇਬਰ ਫੋਰਸ ਦੇ ਵਿੱਚ ਵਧਾਈ ਜਾਵੇ, ਪਰ ਜਦ ਕਿ ਭਗਵੰਤ ਮਾਨ ਸਰਕਾਰ ਤੋਂ ਨਾ ਉਮੀਦ ਹੋ ਕੇ ਇਹ ਮਹਿਲਾ
ਆਪਣਾ ਰੈਜ਼ਿਗਨੇਸ਼ਨ ਦੇ ਰਹੀ ਹੈ ਔਰ ਐਦਾਂ ਦੇ ਅਸਤੀਫੇ ਹੋਰ ਵੀ ਆ ਸਕਦੇ ਨੇ। ਇਹ ਚੀਜ਼ ਜਿਹੜੀ ਹੈ ਬਹੁਤ ਮਾੜੀ ਹੋਏਗੀ ਸਾਡੇ ਪੰਜਾਬ ਦੇ ਲਈ, ਰੰਗਲੇ ਪੰਜਾਬ ਦੇ ਲਈ। ਇਸ ਕਰਕੇ ਭਗਵੰਤ ਮਾਨ ਜੀ ਨੂੰ, ਪੰਜਾਬ ਦੇ ਚੀਫ ਮਿਨਿਸਟਰ ਨੂੰ ਜਲਦੀ ਇਹਨਾਂ ਦੇ ਨਾਲ ਗੱਲਬਾਤ ਕਰਕੇ ਜਾਂ ਉਸ ਮਹਿਲਾ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਜਿਹਨੇ ਰੈਜ਼ਿਗਨੇਸ਼ਨ ਦਿੱਤਾ ਹੈ, ਜਿਹਨੇ ਸਰਕਾਰ ਨੂੰ ਕਿਹਾ ਹੈ ਕਿ ਤੁਹਾਡੀ ਤਨਖਾਹ ਤੇ ਜਨਾਬ ਮੇਰਾ ਗੁਜ਼ਾਰਾ ਨਹੀਂ ਹੈ। ਉਹਦੇ ਨਾਲ ਗੱਲਬਾਤ ਕਰਕੇ ਉਹਦਾ ਦੁੱਖ ਤਕਲੀਫ ਸੁਣਨਾ ਚਾਹੀਦਾ ਔਰ ਅੱਗੇ ਕਾਰਵਾਈ ਜਿਹੜੀ ਆ ਆਪਣੀ ਪਾਲਿਸੀ ਦੇ ਹਿਸਾਬ ਦੇ ਨਾਲ, ਜੋ ਤੁਸੀਂ ਵਾਅਦਾ ਕੀਤਾ ਸੀ ਉਸ ਹਿਸਾਬ ਦੇ ਨਾਲ ਹਰੇ ਪੈਨ ਨਾਲ ਸਾਈਨ ਕਰਕੇ ਕਰਨੀ ਚਾਹੀਦੀ ਹੈ। ਥੈਂਕ ਯੂ ਸੋ ਮਚ ਫॉर ਵਾਚਿੰਗ।